ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਮਨੁੱਖ ਨੇ ਅੱਜ ਤੱਕ ਜਿਤਨੇ ਕੰਮ ਕੀਤੇ ਨੇ ਤੇ ਜਿਤਨੇ ਕਰ ਰਿਹਾ, ਅਗਾਂਹ ਸਿਆਣੇ ਮਨੁੱਖ ਜਿਤਨੇ ਕੰਮ ਕਰਨਗੇ, ਸਿਆਣਾ ਬੰਦਾ ਹਰ ਕੰਮ ਦਾ ਮਕਸਦ ਲਾਜ਼ਮੀ ਰੱਖਦਾ, ਫਿਰ ਮਕਸਦ ਦੀ ਪੂਰਤੀ ਵਾਸਤੇ ਕੰਮ ਕਰਦਾ। ਜੋ ਆਲਮ ਲੋਕ ਕਹਿੰਦੇ ਨੇ ਜਿਸ ਕੰਮ ਦਾ ਕੋਈ ਮਕਸਦ ਨਹੀਂ ਉਹ ਕੰਮ ਫਜ਼ੂਲ ਹੈ। ਇੱਕ ਕਿਸਾਨ ਜ਼ਮੀਨ ਵਿੱਚ ਦਾਣੇ ਰੋਲ ਰਿਹਾ, ਉਸ ਤੋਂ ਪੁੱਛੀਏ ਕੀਮਤੀ ਰਤਨ ਮਿੱਟੀ ਵਿੱਚ ਕਿਉਂ ਰੋਲ ਰਿਹਾ? ਉਹ ਫੌਰਨ ਕਹਿੰਦਾ ਹੈ ਇੱਕ ਦਾਣੇ ਤੋਂ ਅਨੰਤ ਦਾਣੇ ਪੈਦਾ ਹੋਣਗੇ। ਮੈਂ ਇਸ ਵਾਸਤੇ ਦਾਣਿਆਂ ਨੂੰ ਮਿੱਟੀ ਵਿੱਚ ਪਾ ਰਿਹਾ। ਇੱਕ ਬੰਦੇ ਨੇ ਦੁਕਾਨ ਖੋਲ੍ਹੀ ਹੈ, ਸਾਰਾ ਸਾਜੋ ਸਮਾਨ ਉਸਨੇ ਸ਼ਿੰਗਾਰ ਕੇ ਸਵਾਰ ਕੇ ਰੱਖਿਆ। ਪੁੱਛੀਏ ਇਹਨੂੰ ਕਿਉਂ ਰੱਖਿਆ ਹੋਇਆ? ਸਿਆਣਾ ਦੁਕਾਨਦਾਰ ਇਹ ਨਹੀਂ ਕਹਿੰਦਾ ਕਿ ਸਭ ਕੁਝ ਐਵੇਂ ਹੀ ਰੱਖਿਆ ਹੋਇਆ, ਫਜ਼ੂਲ ਰੱਖਿਆ ਹੋਇਆ। ਨਹੀਂ, ਸ਼ਾਮ ਤੱਕ ਚੰਗੀ ਵਟਕ ਹੋਵੇ, ਚੰਗਾ ਮੁਨਾਫਾ ਹੋਵੇ, ਇਸ ਵਾਸਤੇ ਇਹ ਦੁਕਾਨ ਖੋਲ੍ਹ ਕੇ ਰੱਖੀ ਹੈ। ਬੰਦੇ ਨੂੰ ਇਹ ਸਵਾਲ ਹੋ ਸਕਦਾ ਹੈ ਕਿ ਭਾਈ ਤੂੰ ਪਾਣੀ ਕਿਉਂ ਪੀ ਰਿਹਾ? ਉਹ ਕਹਿੰਦਾ ਪਿਆਸ ਲੱਗੀ ਹੈ। ਤੂੰ ਰੋਟੀ ਕਿਉਂ ਖਾ ਰਿਹਾ? ਕਹਿੰਦਾ ਭੁੱਖ ਲੱਗੀ ਹੈ। ਤੂੰ ਕੱਪੜੇ ਕਿਉਂ ਪਹਿਨੇ ਨੇ? ਕਹਿੰਦਾ ਨੰਗੇਜ਼ ਢੱਕਿਆ। ਅਤੇ ਇਹਨਾਂ ਹੀ ਸਵਾਲਾਂ ਦੇ ਵਿੱਚੋਂ ਬੰਦੇ ਤੋਂ ਇਹ ਸਵਾਲ ਪੁੱਛੇ ਹੋ ਜਾਣ ਕਿ ਗੁਰਦੁਆਰੇ ਕਿਉਂ ਆਇਆ? ਆਉਣ ਨਾਲ ਕੀ ਹੋ ਜਾਂਦਾ? ਜੇ ਤੂੰ ਨਾ ਆਵੇਂ ਤਾਂ ਕੀ ਘਟ ਜਾਂਦਾ? ਇਹ ਇੱਕ ਪ੍ਰਸ਼ਨ ਹੈ, ਬਹੁਤ ਵੱਡਾ ਪ੍ਰਸ਼ਨ, ਬਹੁਤ ਵੱਡਾ ਸਵਾਲ ਹੈ। ਅਤੇ ਜੇ ਗੁਰਦੁਆਰੇ ਆਉਣਾ ਹੈ ਤਾਂ ਕਿਉਂ ਆਉਣਾ? ਆਵਣ ਨਾਲ ਤੈਨੂੰ ਕੀ ਲੱਭ ਜਾਂਦਾ? ਜੇ ਤੂੰ ਨਾ ਆਵੇਂ ਤਾਂ ਕੀ ਘਟ ਜਾਂਦਾ? ਗੁਸਤਾਖੀ ਮਾਫ, ਕਰੀਬਨ 100 ਦੇ ਵਿੱਚੋਂ 99 ਬੰਦਿਆਂ ਨੂੰ ਇਹ ਨਹੀਂ ਪਤਾ ਕਿ ਗੁਰਦੁਆਰੇ ਕਿਉਂ ਆਉਣਾ, ਗੁਰਦੁਆਰੇ ਆਉਣ ਨਾਲ ਕੀ ਲੱਭਦਾ ਅਤੇ ਨਾ ਆਉਣ ਨਾਲ ਕੀ ਘਟਦਾ। ਜਦ ਇਤਨਾ ਹੀ ਪਤਾ ਨਹੀਂ ਅਤੇ ਖਿਮਾ ਕਰਨੀ, ਇਹ ਗੁਰਦੁਆਰੇ ਆਉਣ ਬਹੁਤ ਸਾਰੇ ਬੰਦਿਆਂ ਦਾ ਐਵੇਂ ਹੀ ਹੋ ਜਾਂਦਾ। ਐਵੇਂ ਹੀ ਉਹ ਸਭ ਕਰਦਿਆਂ ਹੋਇਆਂ ਜੀਵਨ ਕਿਸੇ ਥਾਂ ਨਹੀਂ ਪਹੁੰਚਦਾ। ਇੱਕ ਦਿਨ ਇੱਕ ਧਾਰਮਿਕ ਗ੍ਰੰਥ ਵਿੱਚੋਂ ਇੱਕ ਸਾਖੀ ਪੜ੍ਹ ਰਿਹਾ ਸੀ। ਉਸ ਰਿਸ਼ੀ ਨੇ ਸਾਖੀ ਬੜੀ ਬਾਕਮਾਲ ਅਤੇ ਸੁੰਦਰ ਲਿਖੀ ਸੀ। ਇਸ ਰਿਸ਼ੀ ਦਾ ਨਾਂ ਹੈ ਚਾਣਕ। ਉਹ ਕਹਿੰਦਾ ਹੈ 10-15 ਸ਼ਰਾਬੀ ਸ਼ਰਾਬ ਦੇ ਨਸ਼ੇ ਵਿੱਚ ਚੂਰ ਰਾਤ ਦੇ ਵਕਤ ਦਰਿਆ ਦੇ ਕੰਢੇ 'ਤੇ ਜਾ ਪਹੁੰਚੇ। ਇੱਕ ਬੇੜੀ ਦੇ ਵਿੱਚ ਬੈਠ ਕੇ ਨਸ਼ੇ ਵਿੱਚ ਚੂਰ ਸਨ। ਹਰ ਇੱਕ ਨੇ ਆਪਣੇ ਹੱਥ ਜੋ ਸਨ ਚੱਪੂ ਪਕੜ ਲਿਆ। ਸਭ ਨੇ ਪਕੜਿਆ, ਸਭ ਮਾਰਨ ਲੱਗੇ ਚੱਪੂ। ਹੈਂਡ ਸਾਰੇ ਅਚੇਤ ਅਤੇ ਬੇਹੋਸ਼। ਸਰੀਰ ਦੇ ਵਿੱਚ ਜਿਤਨੀ ਤਾਕਤ ਸੀ ਸਾਰੀ ਤਾਕਤ ਚੱਪੂ ਮਾਰਨ 'ਤੇ ਲਗਾ ਰਹੇ ਸਨ। ਰਾਤ ਅੱਧੀ ਹੋ ਗਈ ਸੀ। ਨਸ਼ਾ ਟੁੱਟਣ ਲੱਗਾ। ਬਾਅਦ ਵਿੱਚ ਪਹੁ ਫੁੱਟਣ ਲੱਗੀ। ਰਾਤ ਦਾ ਅੰਤ ਹੋਣ ਲੱਗਾ। ਇੱਧਰ ਨਸ਼ਿਆਂ ਦਾ ਵੀ ਅੰਤ ਹੋਣ ਲੱਗਾ। ਜਦ ਇੱਧਰ ਰਾਤ ਖਤਮ ਹੋਣ ਲੱਗੀ, ਇਹਨਾਂ ਦੇ ਨਸ਼ੇ ਵੀ ਟੁੱਟਣ ਲੱਗੇ। ਇੱਕ ਦੀ ਅੱਖ ਖੁੱਲ੍ਹੀ, ਸੁਰਤ ਆਈ, ਹੋਸ਼ ਆਈ। ਨਾਲ ਦੇ ਸਾਥੀਆਂ ਤੋਂ ਪੁੱਛਦਾ, ਮਿੱਤਰਾ ਰਾਤ ਦਾ ਹੁਣ ਅੰਤ ਹੋਣ ਲੱਗਾ। ਚੱਪੂ ਮਾਰਦਿਆਂ ਮਾਰਦਿਆਂ ਬਾਹਾਂ ਵੀ ਥੱਕ ਗਈਆਂ ਨੇ। ਇਹ ਦੱਸ ਆਪਾਂ ਪਹੁੰਚੇ ਕਿੱਥੇ ਹਾਂ? ਸਾਰੇ ਕਹਿਣ ਲੱਗੇ, ਮਿੱਤਰਾ ਕਿਧਰੇ ਵੀ ਨਹੀਂ ਪਹੁੰਚੇ। ਸਾਰੀ ਰਾਤ ਚੱਪੂ 'ਤੇ ਮਾਰਦੇ ਰਹੇ ਹਾਂ, ਪਰ ਜਿਨ੍ਹਾਂ ਸੰਗਲਾਂ ਨਾਲ, ਜਿਨ੍ਹਾਂ ਰੱਸੀਆਂ ਨਾਲ ਬੇੜੀ ਬੰਨੀ ਹੋਈ ਸੀ ਉਹ ਤਾਂ ਖੋਲ੍ਹੀ ਕੋਈ ਨਹੀਂ। ਐਵੇਂ ਹੀ ਚੱਪੂ ਮਾਰਦੇ ਰਹੇ, ਐਵੇਂ ਹੀ ਬਾਹਾਂ ਥਕਾ ਲਈਆਂ, ਐਵੇਂ ਹੀ ਸਰੀਰ ਥਕਾ ਦਿੱਤਾ। ਅਸੀਂ ਕਥਾ ਦੇ, ਕੀਰਤਨ ਦੇ, ਦਾਨ ਦੇ, ਪੁੰਨ ਦੇ, ਲੰਗਰ ਦੇ ਚੱਪੂ ਤਾਂ ਚਲਾਉਂਦੇ ਰਹਿੰਦੇ ਹਾਂ, ਪਰ ਜਿਹੜੇ ਗਲਤ ਖਿਆਲਾਂ ਦੇ ਨਾਲ ਸਾਡੇ ਜੀਵਨ ਦੀ ਨੋਕਾ ਬੰਨੀ ਪਈ ਹੈ, ਉਹ ਗਲਤ ਖਿਆਲ ਉਹ ਸਾਡੇ ਅੰਦਰ ਜਿਹੜਾ ਨਾ ਉਹ ਟੁੱਟਦੇ ਹੀ ਨਹੀਂ ਪਏ। ਜ਼ਿੰਦਗੀ ਉੱਥੇ ਦੀ ਉੱਥੇ ਹੀ ਰਹਿੰਦੀ ਹੈ। ਅਸੀਂ ਕਿਸੇ ਥਾਂ 'ਤੇ ਪਹੁੰਚਦੇ ਹੋਈਏ ਆਪਾਂ ਨੂੰ ਨਜ਼ਰ ਹੀ ਨਹੀਂ ਆਉਂਦਾ ਪਿਆ। ਥੋੜ੍ਹਾ ਜਿਹਾ ਆਪਾਂ ਵਿਚਾਰ ਕਰੀਏ, ਧਾਰਮਿਕ ਬੰਦਾ ਕੌਣ ਹੈ? ਕਹਿੰਦੇ ਨੇ ਜਿਹਦੇ ਦਰਸ਼ਨ ਕੀਤਿਆਂ ਧਰਮ ਚੇਤੇ ਆਵੇ। ਫਿਰ ਗੁਰੂ ਦਾ ਸਿੱਖ ਕੌਣ ਹੈ? ਜਿਹਦੇ ਦਰਸ਼ਨ ਕੀਤਿਆਂ ਗੁਰੂ ਚੇਤੇ ਆਵੇ। ਫਿਰ ਸੰਤ ਕੌਣ ਹੈ? ਜਿਹਦੇ ਦਰਸ਼ਨ ਕੀਤਿਆਂ ਰੱਬ ਚੇਤੇ ਆਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹਦੇ ਦਰਸ਼ਨ ਕੀਤਿਆਂ ਹੀ ਚੇਤੇ ਆਵੇ। ਜਲਦੀ ਹੋਈ ਜੋ ਸਮਾਂ, ਜਿਵੇਂ ਕੋਈ ਜਲਦੀ ਪੀਏ, ਜਲਦਾ ਹੋਇਆ ਦੀਵਾ ਰਾਤ ਦਾ ਵਕਤ ਹੋਵੇ ਅਤੇ ਕਿਆ ਸਾਨੂੰ ਉਸ ਅੱਗੇ ਹੱਥ ਜੋੜਨੇ ਪੈਂਦੇ ਹਨ ਕਿ ਤੂੰ ਸਾਨੂੰ ਰੋਸ਼ਨੀ ਦੇ? ਨਹੀਂ, ਰੋਸ਼ਨੀ ਆਪੇ ਮਿਲਦੀ ਹੈ। ਇੱਕ ਖਿੜੇ ਹੋਏ ਫੁੱਲ ਦੇ ਕੋਲ ਚਲੇ ਜਾਈਏ ਅਤੇ ਕਿਆ ਆਪਾਂ ਨੂੰ ਕਹਿਣਾ ਪੈਂਦਾ ਹੈ ਵੀ ਤੂੰ ਸਾਨੂੰ ਆਪਣੀ ਮਹਿਕ ਦੇ? ਆਪਣੀ ਮਹਿਕ ਮੰਗਣੀ ਪੈਂਦੀ ਹੈ? ਨਹੀਂ ਨਾ, ਮਹਿਕ ਸਾਨੂੰ ਆਪੇ ਮਿਲਦੀ ਹੈ। ਹਿਮਾਲਿਆ ਦੀਆਂ ਬੁਲੰਦ ਚੋਟੀਆਂ 'ਤੇ ਚਲੇ ਜਾਈਏ ਕਿ ਸਾਨੂੰ ਹੱਥ ਜੋੜ ਕੇ ਠੰਡ ਮੰਗਣੀ ਪੈਂਦੀ ਹੈ? ਠੰਡ ਆਪੇ ਮਿਲ ਜਾਂਦੀ ਹੈ।
सूरज के अगे हथ जोड़ने पैंदे ने भी भाई तू रोशनी दे? नहीं ना, रोशनी आप ही मिल जाती है। ਜਿਹੜੇ ਸੰਤ ਹਨ ਜੋ ਰੱਬ ਨਾਲ ਜੁੜੇ ਹਨ ਉਹਨਾਂ ਅੱਗੇ ਹੱਥ ਨਹੀਂ ਜੋੜਨੇ ਪੈਂਦੇ ਵੀ ਉਹਦੇ ਦਰਸ਼ਨ ਕੀਤੇ ਸੁਰਤ ਆਪੇ ਰੱਬ ਨਾਲ ਜੁੜ ਜਾਂਦੀ ਹੈ। ਜਦੋਂ ਆਪਾਂ ਉਹਨਾਂ ਦੇ ਦਰਸ਼ਨ ਕਰਦੇ ਹਾਂ ਨਾ ਤਾਂ ਆਪ ਮੁਹਾਰੇ ਫਿਰ ਵਾਹਿਗੁਰੂ ਵਾਹਿਗੁਰੂ ਨਿਕਲ ਜਾਂਦਾ। ਧਾਰਮਿਕ ਦੁਨੀਆ ਵਿੱਚ ਪਰਮਾਰਥ ਹੈ ਅਤੇ ਰਸਤੇ ਆਖਰੀ ਮੰਜ਼ਿਲ ਕੀ ਹੈ। ਅੱਗੇ ਕੋਈ ਰੁਤਬਾ ਨਹੀਂ ਹੈਗਾ। ਜੈਸੇ ਰਾਜਨੀਤਿਕ ਅਹੁਦਿਆਂ ਵਿੱਚ ਸਭ ਤੋਂ ਵੱਡਾ ਅਹੁਦਾ ਹੁੰਦਾ ਉਸ ਤੋਂ ਅੱਗੇ ਕੋਈ ਅਹੁਦਾ ਨਹੀਂ ਹੁੰਦਾ। ਧਾਰਮਿਕ ਦੁਨੀਆ ਦੇ ਵਿੱਚ ਉਹ ਵਾਹਿਗੁਰੂ ਤੱਕ ਪਹੁੰਚਣਾ ਹੀ ਆਪਣੀ ਮੰਜ਼ਿਲ ਹੈ। ਜਦੋਂ ਆਪਾਂ ਗੁਰਦੁਆਰੇ ਆਈਏ ਤਾਂ ਸਾਡਾ ਮਕਸਦ ਪਤਾ ਕੀ ਹੋਣਾ ਚਾਹੀਦਾ ਵੀ ਅਸੀਂ ਕਿਉਂ ਆ ਰਹੇ ਹਾਂ, ਆਉਣ ਨਾਲ ਕੀ ਲੱਭਦਾ ਅਤੇ ਨਾ ਆਈਏ ਤਾਂ ਕੀ ਘਟਦਾ। ਬਹੁਤ ਸਾਰੇ ਮਨੁੱਖ ਬਿਨਾਂ ਮਕਸਦ ਤੋਂ ਹੀ ਆਉਂਦੇ ਨੇ। ਇੱਥੇ ਭੋਜਨ ਅਤੇ ਭਜਨ ਦੀ ਗੱਲ ਹੈ, ਸੰਗਤ ਅਤੇ ਪੰਗਤ ਦੀ ਗੱਲ ਹੈ। ਸੰਗਤ ਦੇ ਵਿੱਚ ਸਿਮਰਨ ਕਰਨਾ ਅਤੇ ਪੰਗਤ ਦੇ ਵਿੱਚ ਸੇਵਾ ਕਰਨੀ। ਸੇਵਾ ਸਿਮਰਨ ਦੇ ਪੱਖਾਂ ਨਾਲ ਆਪਣੀ ਸੁਰਤ ਨੂੰ ਬੁਲੰਦੀ 'ਤੇ ਲੈ ਜਾਣਾ, ਉਚਾਈਆਂ 'ਤੇ ਲੈ ਜਾਣਾ, ਸਤ ਨਾਲ ਜੋੜਨ ਦੀ ਕੋਸ਼ਿਸ਼ ਕਰਨੀ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਫਰਮਾਨ ਕਰਦੀ ਹੈ ਕਿ ਮਨੁੱਖ ਦਾ ਇਹ ਜਿਹੜਾ 10ਵਾਂ ਇੰਦਰਾ ਹੈ ਨਾ, ਜਿਸ ਨੂੰ ਦਸਮ ਦੁਆਰ ਕਹਿੰਦੇ ਨੇ, ਧਾਰਮਿਕ ਦੁਨੀਆ ਵਿੱਚ ਮਨੁੱਖ ਇਸ ਦਾ ਇਸਤੇਮਾਲ ਨਹੀਂ ਕਰਦਾ। ਇਹ ਇੰਦਰਾ ਉਂਝ ਵੀ ਰੱਬ ਨੇ ਗੁਪਤ ਬਣਾ ਦਿੱਤਾ। ਬੰਦੇ 'ਤੇ ਸਵਾਲ ਕਰੀਏ ਵੀ ਤੂੰ ਆਪਣੀ ਜ਼ਬਾਨ ਵਿਖਾ, ਅਤੇ ਉਹ ਕਹਿੰਦਾ ਹੈ ਵੀ ਮੇਰੀ ਜ਼ਬਾਨ ਹੈ, ਮੇਰੀ ਅੱਖਾਂ ਨੇ, ਇਹ ਮੇਰੀ ਨਾਸਿਕਾ ਹੈ, ਇਹ ਮੇਰੇ ਕੰਨ ਨੇ। ਅਤੇ ਬੰਦੇ ਦੇ ਹੁਣ ਇਹ ਸਵਾਲ ਕਰੀਏ ਵੀ ਤੂੰ ਆਪਣਾ ਦਿਮਾਗ ਵਿਖਾ, ਆਪਣੀ ਸੋਚ ਸ਼ਕਤੀ ਵਿਖਾ, ਆਪਣੀ ਬੁੱਧ ਅਤੇ ਦਰਸ਼ਨ ਕਰਵਾ, ਆਪਣੀ ਵਿਚਾਰ ਸ਼ਕਤੀ ਦੇ ਦਰਸ਼ਨ ਕਰਵਾ। ਅਤੇ ਦਿਮਾਗ ਦੇ ਦਰਸ਼ਨ ਨਹੀਂ ਕਰਾਏ ਜਾ ਸਕਦੇ, ਬੁੱਧ ਦੇ ਦਰਸ਼ਨ ਨਹੀਂ ਕਰਵਾਏ ਜਾ ਸਕਦੇ, ਪਰ ਹੈ ਜ਼ਰੂਰ ਹਰ ਇੱਕ ਬੰਦੇ ਦੇ ਅੰਦਰ। ਇਹ ਇੰਦਰਾ ਗੁਪਤ ਹੈ। ਇਹ ਸਾਰੀ ਸ਼ਕਤੀ ਪਰਿਪੂਰਨ ਪਰਮਾਤਮਾ ਨੇ ਗੁਪਤ ਰੱਖੀ ਹੈ। ਸਾਹਿਬਾਂ ਦੀ ਬਾਣੀ ਇਹ ਕਹਿੰਦੀ ਹੈ, ਸੰਸਾਰ ਦੇ ਵਿੱਚ ਅਸੀਂ ਬੁੱਧ ਦਾ ਇਸਤੇਮਾਲ ਕਰਦੇ ਹਾਂ, ਨਿਰੰਕਾਰ ਦੇ ਰਸਤੇ ਵਿੱਚ ਇਸ ਦਾ ਇਸਤੇਮਾਲ ਨਹੀਂ ਕਰਦੇ, ਬਿਲਕੁਲ ਨਹੀਂ ਕਰਦੇ। ਇਹ ਬੁੱਧ ਅਚੇਤ ਪਈ ਹੈ ਕਿਉਂਕਿ ਬੇਮਕਸਦ ਗੁਰਦੁਆਰੇ ਆਉਂਦੇ ਆ। ਕਈ ਬੰਦੇ ਸਿਰ ਢੱਕ ਕੇ ਬੈਠੇ ਹਨ, ਕਈ ਬੰਦੇ ਹੋ ਕੇ ਭਰਦੇ ਪਏ ਨੇ। ਆ ਜਿਹੜਾ ਕੀਰਤਨ ਹੈ ਨਾ, ਉਹ ਵਾਹਿਗੁਰੂ ਦੀ ਗੁਰਬਾਣੀ ਉਹ ਅੰਦਰ ਆਪਣੇ ਉਹ ਰਸ ਪੈਦਾ ਕਰਦਾ। ਇੱਕ ਨਿਮਖ ਤੂੰ ਕੀਰਤਨ ਕਰਕੇ ਤੇ ਸਾਰੇ ਬੰਧਨ ਕੱਟ ਸਕਦਾ। ਇੱਕ ਨਿਮਖ ਹੈ 1 ਸੈਕਿੰਡ, ਅਤੇ ਕੀਰਤਨ ਕਰਦਿਆਂ ਕਈ ਦਫਾ ਸਾਡੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਅਤੇ ਗੱਲ ਨਹੀਂ ਬਣਦੀ। ਕੀਰਤਨ ਅਤੇ ਕਥਾ ਲੇਕਿਨ ਪ੍ਰਧਾਨ ਸਾਧਨ ਹਨ ਕੀਰਤਨ ਦੇ। ਕਲਯੁਗ ਮੈਂ ਕੀਰਤਨ ਪ੍ਰਧਾਨਾ। ਕਥਾ ਵਿੱਚ ਸਿਰਫ ਇੱਕ ਗੱਲ ਦੀ ਵਿਚਾਰ ਕਰਨੀ ਹੈ ਕਿ ਕੀਰਤਨ ਕਿਸ ਨੇ ਕਰਨਾ, ਕੀਰਤਨ ਕਿਉਂ ਕਰਨਾ, ਕੀਰਤਨ ਕਿਸ ਦਾ ਕਰਨਾ। ਬਸ ਇਹਨਾਂ ਤਿੰਨਾਂ ਗੱਲਾਂ ਦੀ ਵਿਚਾਰ ਕਰਨੀ ਹੈ। ਇੱਕ ਦਿਨ ਭਗਤ ਕਬੀਰ ਜੀ ਦੀ ਮਾਤਾ ਨੇ ਭਗਤ ਕਬੀਰ ਜੀ ਨੂੰ ਆਖਿਆ, ਪੁਰਖਾ ਤੂੰ ਸਾਡੇ ਨਾਲ ਮੋਹ ਨਹੀਂ ਕਰਦਾ, ਓਪਰਾ ਜਿਹਾ ਰਹਿਣਾ, ਬੇਦਾਰ ਜਿਹਾ ਅਤੇ ਬੇਚੈਨ ਜਿਹਾ ਰਹਿਣਾ, ਸਾਡੇ ਨਾਲ ਗੱਲਬਾਤ ਵੀ ਨਹੀਂ ਕਰਦਾ, ਗੋਸਾ ਤਨਹਾਈ ਵਿੱਚ ਬੈਠਾ ਰਹਿਣਾ, ਸਾਰਾ ਦਿਨ ਸੋਚਾਂ ਵਿੱਚ ਪਿਆ ਰਹਿਣਾ, ਗੱਲ ਕੀ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਮਾਂ ਜਿਸ ਦਿਨ ਦਾ ਮੈਂ ਰਾਮ ਦੇ ਗਰਭ ਵਿੱਚ ਗਿਆ ਹਾਂ ਅਤੇ ਰਾਮ ਦੇ ਗਰਭ ਤੋਂ ਜਨਮ ਲਿਆ, ਇੱਕ ਗੱਲ ਦੀ ਮੈਨੂੰ ਸਮਝ ਪੈ ਗਈ ਹੈ। ਜਿਸ ਦਿਨ ਦਾ ਮੈਨੂੰ ਇਹ ਸਮਝ ਆਇਆ ਰਾਮ ਤੋਂ ਮੈਂ ਜਨਮ ਲਿਆ ਹੈ, ਮੈਨੂੰ ਪਤਾ ਚੱਲਿਆ ਇਹੋ ਜਿਹਿਆਂ ਦੇ ਘਰ ਕਈ ਵਸਾ ਚੁੱਕਿਆ, ਕਈਆਂ ਦਾ ਪਿਓ ਬਣ ਚੁੱਕਿਆ, ਕਈਆਂ ਦਾ ਪੁੱਤਰ ਬਣ ਚੁੱਕਿਆ। ਹੁਣ ਇਤਨੀ ਦਫਾ ਪਿਓ ਬਣ ਚੁੱਕਿਆ, ਅਗਾਂਹ ਨਹੀਂ ਬਣਨਾ, ਬਸ ਅੱਗੋਂ ਗੱਲ ਖਤਮ। ਮੈਂ ਮਿਟ ਗਿਆ ਅਤੇ ਉਹ ਪੈਦਾ ਹੋ ਗਿਆ। ਹੁਣ ਰਾਮ ਤੋਂ ਰਾਮ ਹੀ ਜਨਮ ਲਿਆ ਅਤੇ ਮੈਂ ਰਾਮ ਹੋ ਗਿਆ। ਉਹ ਜਿਹੜੀ ਬੂੰਦ ਵੱਖ ਸੀ ਨਾ, ਉਹ ਸਾਗਰ ਦੇ ਵਿੱਚ ਅੱਜ ਲੀਨ ਹੋ ਗਈ। ਉਹ ਜਿਹੜੀ ਲਹਿਰ ਵੱਖ ਦਿਸਦੀ ਪਈ ਸੀ, ਉਹ ਸਾਗਰ ਦੇ ਵਿੱਚ ਲੀਨ ਹੋ ਗਈ। ਉਹ ਕਬੀਰ ਜਿਹੜਾ ਵੱਖ ਦਿਸਦਾ ਪਿਆ ਸੀ, ਉਹ ਰਾਮ ਦੇ ਵਿੱਚ ਲੀਨ ਹੋ ਗਿਆ। ਅਤੇ ਕਬੀਰ ਨੇ ਇੱਕ ਗੱਲ ਬੜੇ ਗਜਬ ਦੀ ਕਰ ਦਿੱਤੀ। ਉਹ ਕਹਿੰਦੇ ਨੇ, ਦੁਨੀਆ ਰੱਬ ਨੂੰ ਲੱਭਦੀ ਹੈ, ਰੱਬ ਮੈਨੂੰ ਲੱਭਦਾ। ਇਹ ਗੱਲ ਤੁਸੀਂ ਕਿਸੇ ਹੱਦ ਤੱਕ ਐਸਾ ਵੀ ਆਖੋਗੇ ਕਿ ਸ਼ਾਇਦ ਹਉਮੈ ਦੀ ਸੀ, ਹਉਮੈ ਦੀ ਨਹੀਂ ਸੀ। ਇਹ ਬੜੀ ਧਾਰਮਿਕ ਦੁਨੀਆ ਦੀ ਸਿਖਰ ਦੀ ਗੱਲ ਹੈ। ਦੁਨੀਆ ਰੱਬ ਨੂੰ ਟੋਲਦੀ ਹੈ, ਪਰ ਕਬੀਰ ਕਹਿੰਦੇ ਨੇ ਰੱਬ ਮੈਨੂੰ ਲੱਭਦਾ। ਅਤੇ ਉਹ ਆਪ ਕਹਿੰਦੇ ਨੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ। ਉਹ ਜੋ ਲੋਕਾਂ ਦੀ ਜਿਸ ਰਸਨਾ 'ਤੇ ਉੱਪਰ ਰਾਮ ਦਾ ਨਾਮ ਹੁੰਦਾ ਹੈ ਨਾ, ਉਹਨਾਂ ਹੀ ਜ਼ਬਾਨਾਂ 'ਤੇ ਹੁਣ ਲੋਕਾਂ ਦੇ ਕਬੀਰ ਦਾ ਨਾਮ ਹੈ। ਕਬੀਰ ਕਬੀਰ ਕਹੀ ਜਾਂਦੇ ਨੇ ਵੀ ਹੱਦ ਹੋ ਗਈ, ਲੱਭਣਾ ਰੱਬ ਨੂੰ ਸੀ, ਲੱਭਦੇ ਕਬੀਰ ਨੂੰ ਪਏ ਨੇ। ਐਸਾ ਕਿਉਂ? ਕਿਉਂਕਿ ਕਬੀਰ ਹੀ ਰੱਬ ਹੋ ਗਿਆ।
कबीर ही रब दी अंश बन गया, कबीर ही ईश्वर दा स्वरूप बन गया। किसे नाल भी संबंध बनाइए उस वर्गा बनना पैंदा है। कहंदे ने किसे नाल संबंध जोड़ना होवे जां उस नूं अपने वर्गा बनाउणा पैंदा है या फिर उस वर्गा बनना पैंदा है। होर कोई दूजा तरीका नहीं है संबंध जोड़न दा। हुण असीं गुरु नाल संबंध जोड़ना है, राम नाल संबंध जोड़ना है ते असीं राम वर्गे बनना पेगा, उस वाहिगुरू वर्गा बनना पेगा। होर ते कोई तरीका नहीं है। जे गुरु वर्गा बनना है तो गुरु के गुण भी धारण करने पैणगे, उवें दे आपां नूं गुण लैके आउणे पैणगे, उवें दा आपां नूं स्वरूप बनाना पेगा। एवें है ना। सिख गुरु वर्गा बनन की कोशिश नहीं कर रहा, गुरु नूं अपने वर्गा बनाने की कोशिश करता पिया। गुरु ने इस वर्गा बनना नहीं, सिख ने गुरु वर्गा नहीं बनना। संबंध किस तरह जुड़े फिर? संबंध जुड़ते ने जदों आपां उस वर्गे होइए जां फिर उसनूं अपने वर्गा बनाइए। श्री गुरु ग्रंथ साहिब जी की बख्शीश करन, गुरु गोबिंद सिंह जी महाराज मेहर करन, साडा गुरु ग्रंथ साहिब नाल ते बाणी नाल संबंध जुड़े तो फिर गुरबाणी के आसरे ते गुरु का बाणा बनिया रहेगा, गुरु का स्वरूप बनिया रहेगा। सिख ने गुरु का स्वरूप बन जाना है। फिर आओ मिल के गुरबाणी का जाप करिए, गुरु दे सिख बनिए, गुरु दे गुण धारण करिए ते गुरु वर्गे बन जाइए। फिर आपे ही ये रसना है ना, ये आपे ही वाहिगुरू वाहिगुरू कहेगी, आप मुहारे ये चो वाहिगुरू निकलेगा अते आपां भी ये जो दुख कलेश दलिद्दर ने इत तो दूर हो जावांगे। फिर रोज़ अज तो कथा सरवण करिए, कीर्तन सरवण करिए, बाणी दा जाप करिए, गुरु घर जाइए, गुरु घर जाके वो वाहिगुरू अगे अरदास करिए, पातशाह अपने वर्गा बना दो।